ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣਾ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣਾ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰੀ ਨਿਰੰਜਨੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੌਥੇ ਜੋਤੀ ਸਰੂਪ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਵਸੀ ਹੋਈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਵਾਲੀ, ਗਿਆਨ ਦੇ ਸਾਗਰ, ਸਰਬ ਸ਼ਕਤੀਮਾਨ, ਰੂਹਾਨੀਅਤ ਦੇ ਮੁਜੱਸਮੇ, ਸਮੁੱਚੀ ਮਾਨਵਤਾ ਦੇ ਰਹਿਬਰ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੇ ਸੱਜੇ ਹੋਏ ਸੁਹਾਵਣੇ ਦੀਵਾਨ ਅੰਦਰ ਸੋਹਣੇ ਤਖਤ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਤੇ ਇਸ ਅੰਮ੍ਰਿਤ ਬਚਨ ਦੀ ਸਾਂਝ ਵਿਚਾਰ ਕਰਨ ਹਿਤ ਆਪਾਂ ਸਾਰੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੰਗਤ ਰੂਪ ਵਿੱਚ ਜਾਂ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਵਿੱਚ ਬੈਠ ਕੇ ਆਪਣੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਬੜੇ ਪਿਆਰ ਦੇ ਨਾਲ ਸ਼ਰਵਣ ਕਰਨ ਵਾਸਤੇ ਤਵੱਜੋ ਦੇ ਕੇ ਸੱਜ ਬੈਠੇ ਹਾਂ। ਔਰ ਸਾਰੀਆਂ ਹੀ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਅਸੀਸ ਬਖਸ਼ੀਸ਼ ਤੇ ਇਸ ਦੇ ਨਾਲ ਸਾਂਝ ਕਰਦਾ ਹਾਂ। ਆਓ ਸਾਰੇ ਬੜੇ ਪਿਆਰ ਨਾਲ ਬੋਲੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ
ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਰਾਗ ਸੋਰਠ ਦੇ ਅੰਦਰ ਉਚਾਰਨ ਕੀਤੀ ਗਈ ਹੋਈ ਵਾਰ ਦੇ ਵਿੱਚੋਂ ਇਹ ਪਾਵਨ ਪਾਠ 26ਵੀਂ ਪੌੜੀ ਦਾ ਹੈ ਔਰ ਜਿਸ ਦੇ ਆਰੰਭ ਦੇ ਵਿੱਚ ਦੋ ਮੁਬਾਰਕ ਸ਼ਲੋਕ ਵੀ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਹੀ ਉਚਾਰਨ ਕੀਤੇ ਹੋਏ ਨੇ। ਇੱਥੇ ਮੈਂ ਤਾਂ ਥੋੜ੍ਹੀ ਜਿਹੀ ਅਰਜ਼ ਕੀਤੀ ਸੀ, ਜਦੋਂ ਅਸੀਂ ਇਸ ਵਾਰਨੁਮਾ ਬਾਣੀ ਦੇ ਦੀਦਾਰ ਕਰਦੇ ਹਾਂ ਤੇ ਇਸ ਸੋਰਠ ਕੀ ਵਾਰ ਦੀਆਂ 29 ਪੌੜੀਆਂ ਨੇ ਔਰ 58 ਸ਼ਲੋਕ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਔਰ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ੍ਰੀ ਰਾਮਸਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸ ਸੁਲਖਾਰੀ ਦੀ ਸੇਵਾ ਲੈ ਕੇ ਸੰਪਾਦਨਾ ਕੀਤੀ ਔਰ ਉਹਨਾਂ ਨੇ ਜੋ ਮੂਲ ਰੂਪ ਦੇ ਵਿੱਚ ਵਾਰਾਂ ਹੁੰਦੀਆਂ ਸੀ ਇਹ ਪੌੜੀਆਂ ਦੇ ਰੂਪ ਵਿੱਚ ਹੁੰਦੀਆਂ ਸੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਵਾਰ ਦੀਆਂ ਜਿਹੜੀਆਂ ਪੌੜੀਆਂ ਸਨ ਉਹਨਾਂ ਦੇ ਭਾਵ ਨੂੰ ਹੋਰ ਵੀ ਸੌਖੇ ਢੰਗ ਨਾਲ ਸਾਨੂੰ ਸਮਝਾਉਣ ਵਾਸਤੇ ਜੋ ਸ਼ਲੋਕ ਸਨ ਉਹ ਵੀ ਅੰਕਿਤ ਕੀਤੇ, ਜਿਨ੍ਹਾਂ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਦੋ ਸ਼ਲੋਕ ਨੇ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਰੂਪ ਵਿੱਚ ਉਚਾਰਨ ਕੀਤਾ ਹੋਇਆ ਇੱਕ ਸ਼ਲੋਕ ਹੈ ਔਰ ਇਸੇ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚੌਥੇ ਜੋਤੀ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ 7 ਸ਼ਲੋਕ ਨੇ ਔਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 48 ਸ਼ਲੋਕ ਦਰਜ ਨੇ। ਹਰ ਇੱਕ ਪੌੜੀ ਦੇ ਨਾਲ 2 ਸ਼ਲੋਕ ਦਰਜ ਨੇ। ਅੱਜ ਦਾ ਪਾਵਨ ਮੁਖਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 652 ਤੋਂ ਆਰੰਭ ਹੋ ਕੇ ਅੰਗ 653 ਦੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾਂ ਕੋ ਸਾਂਝਾ ਦਿੰਦਿਆਂ ਹੋਇਆਂ ਅਸਾਂ ਜੀਵਾਂ ਨੂੰ ਮਨਮੁਖਤਾ ਦੀ ਜੜ ਪਹਿਚਾਨਣ ਵਾਸਤੇ ਹਦਾਇਤ ਕੀਤੀ ਹੈ, ਸਮਝਾਇਆ ਹੈ ਔਰ ਜੋ ਵੀ ਸਾਡੇ ਜੀਵਨ ਦੇ ਅੰਦਰ ਗਿਲਾਨੀ ਆਉਂਦੀ ਹੈ, ਜੋ ਵੀ ਭਟਕਣਾ ਆਉਂਦੀ ਹੈ, ਜੋ ਅਸੀਂ ਭਰਮ ਰਹੇ ਹਾਂ, ਉਹ ਸਾਰੇ ਦਾ ਮੂਲ ਕਾਰਨ ਅਗਿਆਨਤਾ ਹੁੰਦੀ ਹੈ ਔਰ ਅਗਿਆਨਤਾ ਸਭ ਤੋਂ ਡਾਢੀ ਹੁੰਦੀ ਹੈ। ਬਲਕਿ ਜਿਹਨੂੰ ਅਸੀਂ ਇਹ ਕਹਿ ਲਈਏ ਆਤਮਿਕ ਸੂਝ ਬੂਝ ਤੋਂ ਵੀ ਹੁਣੇ ਹੋਣਾ, ਚਾਹੇ ਉਹ ਸੰਸਾਰਿਕ ਹੋਵੇ ਚਾਹੇ ਉਹ ਆਤਮਿਕ ਗਿਆਨ ਹੋਵੇ, ਇਸ ਦੀ ਵਿਚਾਰਧਾਰਾ ਤੋਂ ਬੇਸਮਝ ਹੋਣਾ ਇਨਸਾਨੀਅਤ ਦੇ ਸੁਭਾਅ ਤੋਂ ਸਾਨੂੰ ਭਟਕਾ ਦਿੰਦਾ ਹੈ। ਅਗਿਆਨਤਾ ਵਿੱਚ ਪਿਆ ਹੋਇਆ ਵਿਅਕਤੀ, ਕਿਉਂਕਿ ਘੁੱਪ ਹਨੇਰਾ ਹੈ ਅਗਿਆਨਤਾ ਦਾ, ਤੇ ਹਨੇਰੇ ਦੇ ਵਿੱਚ ਚੱਲਦਿਆਂ ਹੋਇਆਂ ਹਮੇਸ਼ਾ ਹੀ ਠੇਡੇ ਠੋਕਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਐਸੇ ਜੀਵ ਜੰਤੂ ਹੁੰਦੇ ਨੇ ਜਿਹੜੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਜੀਵ ਨੂੰ ਡਸਦੇ ਵੀ ਨੇ ਤੇ ਬਹੁਤ ਸਾਰੇ ਐਸੇ ਨੇ ਜਿਹੜੇ ਮਨੁੱਖ ਆਦਿ ਨੂੰ ਸ਼ਿਕਾਰ ਵੀ ਬਣਾਉਂਦੇ ਨੇ। ਮਨੁੱਖ ਅਗਿਆਨਤਾ ਦੇ ਅੰਦਰ ਭਰਮਿਆ ਹੋਇਆ ਹੈ ਔਰ ਇਹੀ ਇੱਕ ਅਗਿਆਨਤਾ ਦਾ ਹਨੇਰਾ ਜਿਹੜਾ ਹੈ, ਭਾਵੇਂ ਅਸੀਂ ਧਰਮ ਦੀ ਦੁਨੀਆ ਵਿੱਚ ਚੱਲਣਾ ਹੋਵੇ, ਭਾਵੇਂ ਅਸੀਂ ਰਾਜਨੀਤੀ ਦੇ ਵਿੱਚ ਪੈਰ ਰੱਖਣਾ ਹੋਵੇ, ਚਾਹੇ ਅਸੀਂ ਸਮਾਜਿਕ ਤਾਣਾ ਬਾਣਾ ਬੁਣਨਾ ਹੋਵੇ ਤੇ ਜਾਂ ਫਿਰ ਅਸੀਂ ਆਪਣੀ ਅਰਥ ਵਿਵਸਥਾ ਦੀ ਗੱਲ ਕਰਨੀ ਹੋਵੇ, ਜਦੋਂ ਤੱਕ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਹਾਂ ਅਸੀਂ ਭਟਕਦੇ ਰਹਾਂਗੇ। ਔਰ ਜਦੋਂ ਮਨੁੱਖ ਅਗਿਆਨਤਾ ਦੇ ਵਿੱਚ ਹੋਵੇਗਾ
ਤੇ ਉਹਦੀ ਮੱਤ ਜਿਹੜੀ ਹੈ ਉਹ ਵੀ ਹੋਸ਼ੀ ਹੋਣੀ ਸ਼ੁਰੂ ਹੋ ਜਾਵੇਗੀ, ਘਟਣੀ ਸ਼ੁਰੂ ਹੋ ਜਾਵੇਗੀ। ਕਿਉਂਕਿ ਮੱਤ ਤਾਂ ਸਾਡੇ ਸਾਰਿਆਂ ਕੋਲ ਹੈ। ਮੈਂ ਕਈ ਦਫਾ ਬੇਨਤੀ ਕਰਦਾ ਹੁੰਦਾ, ਅਸੀਂ ਆਪਸ ਦੇ ਵਿੱਚ ਵਿਚਾਰ ਕਰੀਏ ਨਾ, ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ, ਆਪਣੇ ਪਰਿਵਾਰ ਵਿੱਚ ਆਪਣੇ ਧੀ ਪੁੱਤ ਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕਰੀਏ, ਤੇ ਉਹ ਵੀ ਕਹਿ ਦਿੰਦਾ ਮੈਨੂੰ ਮੱਤਾਂ ਦੇਣ ਦੀ ਲੋੜ ਨਹੀਂ ਹੈ, ਮੈਂ ਕੋਈ ਨਿਆਣਾ ਨਹੀਂ, ਤੁਹਾਡੇ ਨਾਲੋਂ ਜ਼ਿਆਦਾ ਮੱਤ ਹੈ ਮੈਨੂੰ। ਤਕਰੀਬਨ ਹੀ ਸਾਡੀ ਇਹ ਹਾਲਤ ਬਣੀ ਹੋਈ, ਅਸੀਂ ਸਾਰੇ ਕਹਿੰਦੇ ਮੇਰੇ ਕੋਲ ਮੱਤ ਹੈ, ਤੇ ਸ਼ੱਕ ਕੋਈ ਨਹੀਂ ਹੈਗੀ ਵੀ ਸਾਰਿਆਂ ਕੋਲ ਹੀ ਹੈ। ਪਰ ਜੇ ਇਹੀ ਮੱਤ ਸਾਡੀ ਗੁਰੂ ਨਾਲ ਜੁੜਦੀ ਹੈ, ਇਹ ਗੁਰਮੱਤ ਹੈ। ਇਹੀ ਮੱਤ ਸਾਡੀ ਮਨ ਦੇ ਪਿੱਛੇ ਤੁਰਦੀ ਹੈ ਤੇ ਮਨਮੱਤ ਹੈ। ਇਹੀ ਮੱਤ ਸਾਡੀ ਖੋਟੇ ਵਕਾਰਾਂ ਵਾਲੇ ਪਾਸੇ ਨੂੰ ਤੁਰਦੀ ਹੈ ਤੇ ਦੁਰਮੱਤ ਹੈ। ਪਰ ਅਗਿਆਨਤਾ ਦੇ ਕਾਰਨ ਕਰਕੇ ਸਾਡੀ ਮੱਤ ਹੋਸ਼ੀ ਹੁੰਦੀ ਜਾਂਦੀ ਹੈ, ਥੋੜੀ ਹੁੰਦੀ ਜਾਂਦੀ ਹੈ। ਔਰ ਜਿਵੇਂ ਜਿਵੇਂ ਸਾਡੀ ਮੱਤ ਹੋਸ਼ੀ ਹੁੰਦੀ ਜਾਂਦੀ ਹੈ, ਅਗਰ ਕੋਈ ਸਾਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਭਾਈ ਅਗਿਆਨਤਾ ਤੋਂ ਬਾਹਰ ਨਿਕਲ ਜਾ, ਤੇਰੇ ਕੋਲ ਸਮਾਂ ਹੈ, ਪਰੰਤੂ ਅਸੀਂ ਉਸ ਦੀ ਗੱਲ ਨੂੰ ਮੰਨਣ ਵਾਸਤੇ ਤਿਆਰ ਹੀ ਨਹੀਂ। ਕੋਈ ਵਿਅਕਤੀ ਹੱਥ ਦੇ ਵਿੱਚ ਦੀਵਾ ਹੈ, ਕਿਉਂਕਿ ਰਾਤ ਦਾ ਪੰਧ ਹੈ, ਤੇ ਜੰਗਲ ਦੇ ਉਰਲੇ ਪਾਸੇ ਬੈਠ ਗਿਆ, ਸਮਝ ਨਹੀਂ ਸੀ। ਔਰ ਦੂਸਰਾ ਵਿਅਕਤੀ ਆਇਆ ਤੇ ਉਹਨੇ ਪੁੱਛਿਆ ਭਾਈ ਤੂੰ ਬੈਠਾ ਕਿਉਂ ਹੈ? ਕਹਿਣ ਲੱਗਾ ਜੰਗਲ ਦੇ ਵਿੱਚ ਦੀ ਲੰਘਣਾ ਹੈ, ਪਰ ਮੈਂ ਇਕੱਲਾ ਹਾਂ, ਹਨੇਰਾ ਹੈ। ਤੇ ਕਹਿਣ ਲੱਗਾ ਹਨੇਰੀ ਵਾਲੀ ਕਿਹੜੀ ਗੱਲ ਹੈ ਭਾਈ, ਤੇਰੇ ਹੱਥ ਦੇ ਵਿੱਚ ਦੀਵਾ ਤੇ ਹੈ। ਕਹਿੰਦਾ ਦੀਵਾ ਤੇ ਹੈਗਾ ਹੈ, ਪਰ ਇਹਦਾ ਚਾਨਣ ਸਿਰਫ ਮੇਰੇ ਆਲੇ ਦੁਆਲੇ ਹੀ ਹੈ, ਜ਼ਿਆਦਾ ਨਹੀਂ ਹੈਗਾ। ਔਰ ਮੈਂ ਇਸ ਵਾਸਤੇ ਤੁਰ ਨਹੀਂ ਰਿਹਾ ਕਿ ਇਹਦਾ ਚਾਨਣ ਤੇ ਸਿਰਫ ਮੇਰੇ ਆਲੇ ਦੁਆਲੇ ਹੀ ਹੈ, ਤੇ ਜੰਗਲ ਦਾ ਪੰਧ ਬੜਾ ਵੱਡਾ ਹੈ। ਹੁਣ ਜਿਹੜਾ ਵਿਅਕਤੀ ਮਗਰੋਂ ਆਇਆ ਸੀ ਕਹਿਣ ਲੱਗਾ ਆ ਮੈਂ ਤੈਨੂੰ ਦੱਸਦਾ, ਤੂੰ ਅੱਗੇ ਅੱਗੇ ਤੁਰ, ਫਿਰ ਮੈਂ ਤੇਰਾ ਸਾਥ ਦੇਣਾ ਹੈ, ਵੇਖੀ ਫਿਰ ਚਾਨਣ ਹੋਰ ਅੱਗੇ ਵੱਧਦਾ ਜਾਵੇਗਾ। ਹੁਣ ਉਹ ਜਦੋਂ ਦੀਵਾ ਲੈ ਕੇ ਅੱਗੇ ਅੱਗੇ ਤੁਰਦਾ ਜਾਂਦਾ ਹੈ ਤੇ ਅੱਗੇ ਹੋਰ ਪ੍ਰਕਾਸ਼ ਹੋਈ ਜਾਂਦਾ ਹੈ। ਔਰ ਦੀ ਸੇਧ ਦੇਣ ਦੇ ਨਾਲ ਉਹ ਰਾਤ ਦੇ ਹਨੇਰੇ ਵਿੱਚ ਆਪਣੀ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ। ਜਿੰਨੀ ਦੇਰ ਤੱਕ ਸਾਡੇ ਕੋਲ ਸਮਝ ਨਹੀਂ ਹੈਗੀ, ਸਾਡੀ ਅੰਦਰ ਅਗਿਆਨਤਾ ਪੈਦਾ ਹੋਵੇਗੀ। ਅਗਿਆਨਤਾ ਦੇ ਕਾਰਨ ਕਰਕੇ ਸਾਡੀ ਮੱਤ ਜਿਹੜੀ ਹੈ ਉਹ ਹੋਸ਼ੀ ਹੋਵੇਗੀ। ਜਿਵੇਂ ਜਿਵੇਂ ਸਾਡੀ ਮੱਤ ਹੋਸ਼ੀ ਹੋਵੇਗੀ, ਤਿਵੇਂ ਤਿਵੇਂ ਸਾਨੂੰ ਹੋਰ ਤਾਂ ਕਿਸੇ ਤੇ ਰਿਹਾ, ਆਪਣੇ ਸਤਿਗੁਰੂ ਤੇ ਯਕੀਨ ਵੀ ਨਹੀਂ ਰਹੇਗਾ। ਇਸ ਵਾਸਤੇ ਅੱਜ ਦੇ ਮੁਬਾਰਕ ਸ਼ਬਦ ਦੇ ਰਾਹੀਂ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਨੂੰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਆਓ ਮੇਰੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਤੋਂ ਪਹਿਲਾਂ, ਵਿਚਾਰਨ ਤੋਂ ਪਹਿਲਾਂ ਓਟ ਆਸਰਾ ਲੈਂਦਿਆਂ ਬੜੇ ਅਦਬ ਦੇ ਨਾਲ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਜੋ ਮਨ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਹੈ, ਉਸ ਦੇ ਅੰਦਰ ਅਗਿਆਨਤਾ ਹੈ। ਜਿਵੇਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਦੇ ਹਾਂ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਤੋਂ ਪਹਿਲਾਂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆਂ ਉਚਾਰਨ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਐਸੀ ਧੁੰਦ ਹੈ। ਰਾਤ ਦਾ ਹਨੇਰਾ ਹੋਵੇ, ਅਸੀਂ ਲਾਈਟ ਜਗਾ ਕੇ ਵੀ ਚੱਲ ਸਕਦੇ ਹਾਂ। ਰਾਤ ਦਾ ਹਨੇਰਾ ਹੋਵੇ ਫਿਰ ਵੀ ਅਸੀਂ ਦੂਰ ਤੱਕ ਥੋੜ੍ਹਾ ਦੇਖ ਸਕਦੇ ਹਾਂ। ਪਰ ਜੋ ਧੁੰਦ ਹੁੰਦੀ ਹੈ, ਇਹਦਾ ਹਨੇਰਾ ਵੀ ਚਿੱਟਾ ਹੁੰਦਾ ਹੈ, ਬੜਾ ਭੁਲੇਖਾ ਪਾਊ ਹੁੰਦਾ ਹੈ। ਅਸੀਂ ਲਾਈਟਾਂ ਦਾ ਵੀ ਪ੍ਰਬੰਧ ਕਰੀਏ ਗੱਡੀ ਮੋਟਰ ਤੇ ਜਾਂਦਿਆਂ ਹੋਇਆਂ, ਫਿਰ ਵੀ ਕਿਤੇ ਨਾ ਕਿਤੇ ਅਸੀਂ ਇੱਧਰ ਉੱਧਰ ਜਿਹੜਾ ਸੜਕ ਤੋਂ ਹੋ ਜਾਂਦੇ ਹਾਂ। ਔਰ ਕਈ ਵਾਰ ਤੇ ਹਾਦਸਾਗ੍ਰਸਤ ਘਟਨਾਵਾਂ ਜਿਹੜੀਆਂ ਨੇ ਉਹ ਵੀ ਵਾਪਰ ਜਾਂਦੀਆਂ ਨੇ। ਇਹ ਅਗਿਆਨਤਾ ਹੈ ਸਾਡੀ। ਅਗਿਆਨਤਾ ਦੇ ਕਾਰਨ ਸਾਡੇ ਮਨ ਦੇ ਅੰਦਰ ਹੰਕਾਰ ਹੈ, ਸਾਨੂੰ ਆਪਣੇ ਸਿਆਣੇ ਹੋਣ ਦਾ ਘਮੰਡ ਹੈ।
ਅਗਿਆਨਤਾ ਦੇ ਅਧੀਨ ਮਨੁੱਖ ਨੇ ਆਪਣੇ ਆਪ ਨੂੰ ਰੱਬ ਦਾ ਸ਼ਰੀਕ ਮੰਨ ਲਿਆ, ਜਦੋਂ ਕਿ ਸਾਡੀ ਆਤਮਾ ਜਿਹੜੀ ਉਹ ਪਰਮਾਤਮਾ ਦੀ ਅੰਸ਼ ਹੈ। ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾਉਂਦੇ ਵੀ ਨੇ ਕਿ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਪਰੰਤੂ ਇਸ ਗੱਲ ਨੂੰ ਅਸੀਂ ਸਮਝੇ ਨਾ। ਕਹੋ ਕਬੀਰ ਹਮ ਰਾਮ ਕੀ ਅੰਸ਼। ਮਨ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਜਿਹੜਾ ਇਸ ਗੱਲ ਨੂੰ ਸਮਝਦਾ ਨਹੀਂ, ਆਪਣੇ ਆਪ ਨੂੰ ਰੱਬ ਦਾ ਸ਼ਰੀਕ ਮੰਨ ਬੈਠਦਾ ਹੈ, ਸਿਰਫ ਆਪਣੇ ਸਿਆਣੇ ਹੋਣ ਦੇ ਘਮੰਡ ਕਾਰਨ ਕਰਕੇ। ਅਗਿਆਨਤਾ ਦਾ ਹੀ ਕਾਰਨ ਸੀ ਕਿ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਜਦੋਂ ਅਸੀਂ ਸਾਰੀ ਪੌੜੀ ਦੇ ਦਰਸ਼ਨ ਕਰਦੇ ਹਾਂ, ਕਾਲੇ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਅਲਾਈ। ਚੇਲੇ ਸਾਜ ਵਜਾਇਂਦੇ ਨੱਚਣ ਗੁਰੂ ਬਹੁ ਵਿਦ ਪਾਈ, ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਧਨਾੜੇ ਜਾਈ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿਤ ਭਾਵੇਂ ਆਏ ਕਥਾਉ ਜਾਈ, ਵਰਤਿਆ ਪਾਪ ਸਭਸ ਜਗ ਮਾਹੀ। ਇਹ ਅਗਿਆਨਤਾ ਦਾ ਕਾਰਨ ਸੀ। ਇਹ ਸਾਡੀ ਅਗਿਆਨਤਾ ਹੀ ਹੈ ਕਿ ਸਾਡੇ ਕੋਲ ਦੀਨ ਦੁਨੀ ਦਾ ਪਾਤਸ਼ਾਹ ਹੋਵੇ। ਦੇਖੋ, ਗਿਆਨ ਨਾ ਹੋਣਾ, ਚਾਨਣ ਨਾ ਹੋਣਾ ਇੱਕ ਤੇ ਵੱਖਰੀ ਗੱਲ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ। ਪਰ ਸਾਡੇ ਕੋਲ ਦੀਨ ਦੁਨੀ ਦਾ ਪਾਤਸ਼ਾਹ ਜੋ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਗਿਆਨ ਦਾ ਭੰਡਾਰ ਨੇ, ਗਿਆਨ ਦਾ ਸਾਗਰ ਨੇ। ਇਹ ਸਾਗਰ ਦੇ ਹੋਣ ਦੇ ਬਾਵਜੂਦ ਵੀ ਅਗਿਆਨਤਾ ਦੇ ਕਾਰਨ ਕਰਕੇ ਬਹੁਤ ਸਾਰੇ ਸਾਡੇ ਭੈਣ ਭਾਈ ਸਮਝਣਾ ਪਏ, ਜਿਸ ਕਾਰਨ ਕਰਕੇ ਉਹ ਦੀਨੋਂ ਬਦੀਨ ਹੁੰਦੇ ਗਏ। ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਅਗਿਆਨਤਾ ਦਾ ਗਲਤ ਫਾਇਦਾ ਵੀ ਉਠਾਇਆ। ਆ ਜਿੰਨਾ ਵੀ ਦੇਹਧਾਰੀ ਗੁਰੂ ਡੰਮ ਚੱਲ ਰਿਹਾ ਹੈ, ਉਹ ਸਾਡੀ ਅਗਿਆਨਤਾ ਦਾ ਹੀ ਫਾਇਦਾ ਉਠਾ ਰਹੇ ਨੇ। ਉਹ ਕਦੇ ਵੀ ਨਹੀਂ ਚਾਹੁੰਦੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਈਏ, ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋ ਜਾਈਏ। ਉਹ ਕਦੇ ਵੀ ਨਹੀਂ ਚਾਹਣਗੇ ਕਿ ਤੁਸੀਂ ਆਪ ਬਾਣੀ ਪੜ੍ਹੋ। ਤੁਹਾਡੇ ਕੰਨ ਦੇ ਵਿੱਚ 5 ਜਾਂ 7 ਸ਼ਬਦ ਦੇਣਗੇ, ਜਾਂ ਕੋਈ ਕਹੇਗਾ ਇੱਕ ਸ਼ਬਦ ਲੈ ਲਓ, ਬਲਕਿ ਤੁਸੀਂ ਇਸ ਸ਼ਬਦ ਨੂੰ ਹੀ ਰਟੀ ਜਾਣਾ ਹੈ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਬਾਣੀ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਅਸੀਂ ਕਹਿੰਦੇ ਕਿ ਕੰਮ ਸ਼ਾਇਦ ਸੌਖਾ ਹੋ ਗਿਆ, ਪਰ ਨਹੀਂ ਗੁਰਮੁਖੋ। ਐਸੇ ਲੋਕਾਂ ਨੇ ਜਿਹੜਾ ਜਾਲ ਫਸਾਇਆ ਹੁੰਦਾ, ਸਾਨੂੰ ਫਸਾ ਲੈਂਦੇ ਨੇ। ਕਿਤੇ ਇਹ ਭੋਲੇ ਭਾਲੇ ਲੋਕ ਗੁਰਦੁਆਰਾ ਸਾਹਿਬ ਜਾਣ ਲੱਗ ਪਏ, ਸੰਗਤ ਕਰਨ ਲੱਗ ਪਏ। ਇਹਨਾਂ ਨੇ ਕਿਤੇ ਗੁਰੂ ਦੀ ਬਾਣੀ ਪੜ੍ਹ ਲਈ, ਸੁਣ ਲਈ, ਸਮਝ ਲਈ, ਤੇ ਸਾਡਾ ਤੋਰੀ ਫੁਲਕਾ ਨਹੀਂ ਚੱਲਣਾ। ਅਗਿਆਨਤਾ ਦਾ ਕਾਰਨ ਹੀ ਹੈ ਅੱਜ ਅਸੀਂ ਕਹਿੰਦੇ ਬਹੁਤ ਸਾਰਾ ਸਾਡਾ ਭਾਈਚਾਰਾ, ਸਿੱਖ ਭੈਣ ਭਾਈ ਜਿਹੜੇ ਨੇ ਉਹ ਈਸਾਈ ਮਤ ਨੂੰ ਗ੍ਰਹਿਣ ਕਰਦੇ ਜਾ ਰਹੇ ਨੇ। ਇਹਦਾ ਕਾਰਨ ਵੀ ਇਹੀ ਹੈ ਕਿਉਂਕਿ ਅਸੀਂ ਕਦੀ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ, ਸੁਣਿਆ ਹੀ ਨਹੀਂ, ਗੁਰੂ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਔਰ ਜੇ ਕੋਈ ਸਾਡਾ ਭੈਣ ਭਾਈ ਭਟਕ ਗਿਆ ਹੈ ਤੇ ਅਸੀਂ ਉਹਨੂੰ ਕਦੀ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹਦੇ ਨਾਲ ਅਸੀਂ ਨਫ਼ਰਤ ਕਰਨ ਲੱਗ ਪਏ, ਨਹੀਂ ਤੂੰ ਸਾਡਾ ਕੁਛ ਨਹੀਂ ਲੱਗਦਾ, ਕਸੂਰਵਾਰ ਅਸੀਂ ਲੋਕ ਵੀ ਹਾਂ। ਪਰ ਜਿੱਥੋਂ ਤੱਕ ਗੁਰਮੁਖੋਂ ਮੈਂ ਦੇਖਿਆ, ਭਾਵੇਂ ਕੋਈ ਦੀਨੋਂ ਬਦੀਨ ਹੋ ਜਾਂਦਾ ਹੈ ਕਿਸੇ ਦੀਆਂ ਗੱਲਾਂ ਵਿੱਚ ਆਣ ਕੇ, ਚਾਹੇ ਉਹ ਦੇਹਧਾਰੀ ਗੁਰੂ ਡੰਮ ਹੋਵੇ, ਚਾਹੇ ਉਹ ਈਸਾਈ ਮਤ ਦਾ ਸ਼ਿਕਾਰ ਹੋ ਗਿਆ ਹੋਵੇ, ਜਾਂ ਕਿਸੇ ਦਾ ਵੀ, ਪਰ ਉਹਦੀ ਸੋਚ ਵਿਚਾਰ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜੀ ਹੁੰਦੀ ਹੈ। ਜਦੋਂ ਵੀ ਉਹਦੇ ਘਰ ਦੇ ਵਿੱਚ ਕੋਈ ਖੁਸ਼ੀ ਗਮੀ ਦਾ ਕੋਈ ਪ੍ਰੋਗਰਾਮ ਹੋਵੇ, ਚਰਨ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਰਸਦਾ ਹੈ। ਇਹਦਾ ਮਤਲਬ ਉਹਦੇ ਅੰਦਰੋਂ ਇਹ ਜਿਹੜੀ ਭਾਵਨਾ ਖਤਮ ਨਹੀਂ ਹੋਈ। ਸਿਰਫ ਕਮਜ਼ੋਰੀ ਸਾਡੀ ਹੋ ਸਕਦੀ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਹਨਾਂ ਨੂੰ ਕਦੀ ਪ੍ਰੇਰਿਆ ਹੀ ਨਹੀਂ ਕਿ ਤੁਸੀਂ ਘਰ ਨੂੰ ਆ ਜਾਓ। ਸਿਆਣੇ ਕਹਿੰਦੇ ਜੋ ਸੁਬਾਹ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਾਏ ਤੇ ਭੁੱਲਿਆ ਨਹੀਂ ਹੁੰਦਾ। ਔਰ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਵੀ ਧਰਮ ਦਾ ਪ੍ਰਚਾਰਕ ਹੋਵੇ, ਚਾਹੇ ਉਹ ਗੁਰੂ ਘਰ ਦਾ ਗ੍ਰੰਥੀ ਹੈ, ਚਾਹੇ ਉਹ ਚਰਚ ਦਾ ਪਾਸਟਰ ਹੋਵੇ, ਚਾਹੇ ਉਹ ਮੰਦਿਰ ਦਾ ਪੁਜਾਰੀ ਹੋਵੇ, ਤੇ ਜਾਂ ਕਿਸੇ ਮਸਜਿਦ ਦਾ ਮੌਲਾਨਾ ਹੋਵੇ, ਹਰ ਇੱਕ ਧਰਮ ਦੇ ਪ੍ਰਚਾਰਕ ਨੂੰ ਆਪਣੇ ਧਰਮ ਦੇ ਅਸੂਲ ਸਿਧਾਂਤਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਮਾੜੀ ਗੱਲ ਨਹੀਂ, ਪਰੰਤੂ ਭੋਲੀ ਭਾਲੀ ਮਾਨਵਤਾ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ, ਝੂਠੇ ਸਬਜ਼ ਬਾਗ ਨਹੀਂ ਦਿਖਾਉਣੇ ਚਾਹੀਦੇ। ਔਰ ਮੈਂ ਹੈਰਾਨ ਹਾਂ, ਗੱਲ ਸੱਚ ਦੀ ਕਰਦੇ ਨੇ ਪਰ ਸਹਾਰਾ ਝੂਠ ਦਾ ਹੀ ਲੈਂਦੇ ਨੇ।
ਗੁਰੂ ਨਾਨਕ ਦੇ ਸਿੱਖ ਨੂੰ ਝੂਠ ਦੇ ਸਹਾਰੇ ਦੀ ਜ਼ਰੂਰਤ ਨਹੀਂ, ਕਿਉਂਕਿ ਸਾਡੇ ਕੋਲ ਦੀਨ ਕਾਲ ਸੱਚ ਦੀ ਪਹਿਰੇਦਾਰੀ ਕਰਨ ਵਾਲਾ, ਸਾਨੂੰ ਜੀਵਨ ਸਿਖਾਉਣ ਵਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਅਗਿਆਨਤਾ ਦਾ ਹੀ ਕਾਰਨ ਹੈ ਅੱਜ ਪੰਜਾਬ ਤੇ ਪੰਜਾਬੀ ਨੂੰ ਖਤਮ ਕਰਨ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਪੰਜਾਬ ਨੂੰ ਬਰਬਾਦ ਕਿਵੇਂ ਕਰਨਾ ਹੈ, ਇਹ ਸਿੱਖ ਤੇ ਸਿੱਖੀ ਨੂੰ ਕਿਵੇਂ ਖਤਮ ਕਰਨਾ ਹੈ। ਅੱਜ ਵੀ ਉਹ ਪੁਰਾਣੀ ਸੋਚ ਜਿਹੜੀ ਸੀ ਜ਼ਕਰੀਆ ਖਾਂ ਵੇਲੇ ਦੀ, ਅੱਜ ਵੀ ਉਹ ਹਾਵੀ ਹੁੰਦੀ ਜਾ ਰਹੀ ਹੈ। ਇਹਨਾਂ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਨਾ ਹੈ, ਔਰ ਇਹ ਸਾਡੀ ਅਗਿਆਨਤਾ ਹੈ। ਅਸੀਂ ਕਦੀ ਇਸ ਪਾਸੇ ਨੂੰ ਖਿਆਲ ਹੀ ਨਹੀਂ ਦਿੱਤਾ। ਮਾਫ ਕਰਨਾ ਗੁਰਮੁਖੋ, ਮੇਰਾ ਇਸ ਗੱਲ ਦੇ ਨਾਲ ਕੋਈ ਬਲਾਕਾ ਦੇਕਾ ਨਹੀਂ ਹੈ, ਤੁਸੀਂ ਜੋ ਮਰਜ਼ੀ ਸਮਝ ਲਓ ਜਾਂ ਤੁਸੀਂ ਕੋਈ ਵੀ ਵਿਚਾਰ ਕਰੋ, ਮੈਂ ਹਰ ਖਮਿਆਜਾ ਭੁਗਤਣ ਵਾਸਤੇ ਤਿਆਰ ਵੀ ਹਾਂ। ਪਰ ਸੱਚ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਤੇ ਸੱਚ ਕਹਿਣ ਦੀ ਵੀ ਗੁਰੂ ਦੀ ਕਿਰਪਾ ਨਾਲ ਹਿੰਮਤ ਹੋਣੀ ਚਾਹੀਦੀ ਹੈ। ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ, ਸਿਰ ਤੇ ਦਸਤਾਰ ਸਜਾਉਂਦਾ ਹੈ, ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਆਪਣੇ ਆਪ ਨੂੰ ਪੰਥ ਹਿਤੈਸ਼ੀ ਅਖਵਾਉਂਦਾ ਹੈ, ਪਰ ਜੇ ਉਹ ਵਿਅਕਤੀ ਪੰਜਾਬ ਜਾਂ ਪੰਜਾਬੀਅਤ ਦੀ ਗੱਲ ਨਹੀਂ ਕਰਦਾ, ਪੰਜਾਬ ਦੀ ਕਿਸਾਨੀ ਜਵਾਨੀ ਜਾਂ ਪਾਣੀ ਦੀ ਗੱਲ ਨਹੀਂ ਕਰਦਾ, ਨਿਤਾ ਪ੍ਰਤੀ ਵੱਧ ਰਹੇ ਨਸ਼ਿਆਂ ਦੀ ਭਰਮਾਰ ਦੇ ਖਿਲਾਫ ਨਹੀਂ ਬੋਲਦਾ, ਜਾਂ ਸਿੱਖ ਤੇ ਸਿੱਖੀ ਤੋਂ ਦੂਸਰਿਆਂ ਨੂੰ ਗੁੰਮਰਾਹ ਕਰਦਾ ਹੈ, ਆਪ ਗੁੰਮਰਾਹ ਹੋਣ ਕਰਕੇ ਧਰਮ ਦੇ ਨਾਮ ਦੇ ਉੱਪਰ ਕੋਈ ਵੀ ਰਾਜਨੀਤੀ ਕਰਦਾ ਹੋਵੇ, ਜਿਵੇਂ ਬਹੁਤ ਸਾਰੇ ਲੋਕਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਨਰਾਦਰੀ ਕਰਾਉਣ ਦੀ ਵੀ ਇਹ ਕੁਝ ਹੀ ਚਾਲ ਚੱਲੀ। ਇਹੋ ਜਿਹੀ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਅਸੀਂ ਸਿੱਖਾਂ, ਭਾਵੇਂ ਅਸੀਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹਾਂ, ਕਿਉਂਕਿ ਸਾਨੂੰ ਰਾਜ ਸੱਤਾ ਵੀ ਚਾਹੀਦੀ ਹੈ, ਪਰ ਸਿਆਸਤ ਦੇ ਅਖਾੜੇ ਦੇ ਵਿੱਚ ਕਦੇ ਧਰਮ ਨੂੰ ਫੁੱਟਬਾਲ ਨਹੀਂ ਬਣਾਉਣਾ ਚਾਹੀਦਾ। ਇਹਦਾ ਕਾਰਨ ਕੀ ਹੈ? ਅਗਿਆਨਤਾ ਹੈ, ਬੇਸਮਝੀ ਹੈ। ਉਹੋ ਜੀ ਸਾਡੀ ਪਬਲਿਕ ਹੈ, ਇਹਨਾਂ ਨੇ ਵੀ ਸਿਰਫ ਇੰਨਾ ਹੀ ਮੰਗਣਾ ਹੈ ਜੀ, ਸਾਡੀ ਬਿਜਲੀ ਫ੍ਰੀ ਕਰ ਦਿਓ, ਸਾਡਾ ਪਾਣੀ ਫ੍ਰੀ ਕਰ ਦਿਓ, ਕੋਈ ਰੁਜ਼ਗਾਰ ਨਹੀਂ, ਕੋਈ ਐਜੂਕੇਸ਼ਨ ਨਹੀਂ। ਜਦੋਂ ਕਿ ਜ਼ਰੂਰਤ ਕੀ ਹੈ? ਦਵਾਈ ਤੇ ਪੜ੍ਹਾਈ ਸਸਤੀ ਹੋ ਜਾਵੇ, ਰੁਜ਼ਗਾਰ ਮਿਲ ਜਾਵੇ, ਇਮਾਨਦਾਰੀ ਨਾਲ ਟੈਕਸ ਲਿਆ ਜਾਵੇ, ਟੈਕਸ ਦਿੱਤਾ ਜਾਵੇ। ਇਹ ਸਾਡੀਆਂ ਮੰਗਾਂ ਨਹੀਂ, ਇਹ ਅਗਿਆਨਤਾ ਹੀ ਹੈ। ਅੱਜ ਤੱਕ ਅਸੀਂ ਨਾਲੀਆਂ ਗਲੀਆਂ ਚੋਂ ਨਿਕਲੇ ਨਹੀਂ। ਸਮਾਜਿਕ ਤੌਰ ਤੇ ਅਸੀਂ ਗੱਲ ਕਰ ਲਈਏ, ਇਹ ਵੀ ਸਾਡੀ ਅਗਿਆਨਤਾ ਹੈ। ਗੁਰੂ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਸੀ ਕਿ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਰਾ ਜੀਓ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ। ਅਜੇ ਵੀ ਕਿਤੇ ਜਾਤ ਪਾਤ ਦਾ ਬੋਲ ਬਾਲਾ ਜਿਹੜਾ ਹੈ ਅਕੜਾਈਆਂ ਲੈ ਰਿਹਾ ਹੈ। ਇਹ ਸਾਡੀ ਅਗਿਆਨਤਾ ਹੈ, ਔਰ ਅਗਿਆਨਤਾ ਦੇ ਵਿੱਚ ਸਾਡੀ ਮੱਤ ਜਿਹੜੀ ਹੋਸ਼ੀ ਹੋ ਜਾਂਦੀ। ਬਹੁਤ ਸਾਰਾ ਲੰਮੀ ਵਿਚਾਰ ਆਪਾਂ ਕਰ ਸਕਦੇ, ਪਰ ਸਮੇਂ 'ਚ ਰਹਿੰਦਿਆਂ ਸ਼ਬਦ ਦੀ ਵਿਚਾਰ ਕਰਨੀ ਹੈ। ਕਹਿੰਦੇ ਅੰਤਰ ਅਗਿਆਨ ਭਈ ਮਤ ਮੱਧਮ। ਅੰਦਰ ਅਗਿਆਨਤਾ ਹੋਣ ਦੇ ਕਾਰਨ ਸਾਡੀ ਜਿਹੜੀ ਮੱਤ ਸੀ ਉਹ ਮੱਧਮ ਹੌਲੀ ਹੋ ਗਈ, ਹੋਸ਼ੀ ਪੈ ਗਈ, ਔਰ ਇੱਥੋਂ ਤੱਕ ਸਤਿਗੁਰ ਕੀ ਪ੍ਰਤੀਤ ਨਹੀਂ, ਸਤਿਗੁਰੂ ਤੇ ਯਕੀਨ ਹੀ ਨਹੀਂ ਰਿਹਾ। ਕਈ ਵਾਰ ਤੁਸੀਂ ਸੁਣਦੇ ਹੋ, ਆਪਾਂ ਪਰਿਵਾਰਾਂ 'ਚ ਵਿਚਰਦੇ ਹਾਂ, ਸਮਾਜ 'ਚ ਵਿਚਰਦੇ ਹਾਂ, ਹੈਰਾਨਗੀ ਹੁੰਦੀ ਹੈ। ਸਵੇਰ ਦੇ ਟਾਈਮ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾ ਹੁੰਦੀ ਹੈ, ਭੋਗ ਪਾਏ ਜਾਂਦੇ ਹੈ, ਰਾਤ ਨੂੰ ਜਗਰਾਤਾ, ਤੇ ਉਸ ਤੋਂ ਅਗਲੇ ਦਿਨ ਕਿਸੇ ਪਾਸਟਰ ਨੂੰ ਸੱਦ ਕੇ ਦੁਆ ਕਰਵਾਈ ਜਾਂਦੀ ਹੈ। ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੱਕ ਸ਼ੋਅ ਪੀਸ ਸਮਝਿਆ ਹੋਇਆ ਹੈ। ਅੱਜ ਸਾਡਾ ਤਵੱਕਾ ਗੁਰੂ ਤੋਂ ਉੱਠ ਗਿਆ ਅਗਿਆਨਤਾ ਦੇ ਕਾਰਨ ਕਰਕੇ। ਗੁਰਮੁਖੋ ਨਹੀਂ, ਜਿਨ੍ਹਾਂ ਨੂੰ ਸਤਿਗੁਰੂ ਦੀ ਬਾਣੀ ਤੇ ਯਕੀਨ ਬਣ ਗਿਆ, ਭਰੋਸਾ ਬਣ ਗਿਆ, ਸ਼ਹੀਦ ਭਾਈ ਤਾਰੂ ਸਿੰਘ ਜੀ, ਗੁਰੂ ਦੇ ਉੱਪਰ ਨਿਸ਼ਚਾ ਸੀ, ਭਰੋਸਾ ਸੀ। ਜ਼ਕਰੀਆ ਖਾਂ ਕਹਿੰਦਾ ਸੀ, ਮੈਂ ਤੇਰੇ ਲਈ ਹਰ ਇੱਕ ਯਤਨ ਕਰ ਸਕਦਾ ਹੈ, ਤੂੰ ਦੀਨੇ ਇਸਲਾਮ ਨੂੰ ਕਬੂਲ ਕਰ ਲੈ। ਤੇ ਗੁਰੂ ਕੇ ਸਿੱਖ ਨੇ ਕਿਹਾ ਸੀ, ਬਸ ਜੇ ਤੂੰ ਕਰ ਸਕਦਾ ਹੈ, ਮੇਰਾ ਸਿੱਖੀ ਸਦਕ ਕੇਸਾਂ ਸੁਆਸਾਂ ਨਾਲ ਨਿਭ ਜਾਵੇ। ਭੈੜੀ ਸ਼ਬਦਾਵਲੀ ਵਰਤਦਿਆਂ ਹੋਇਆ ਜ਼ਕਰੀਆ ਖਾਨ ਨੇ ਕਿਹਾ ਸੀ, ਮੈਂ ਤੇਰੇ ਕੇਸ ਉਖੇੜ ਦੇਵਾਂਗਾ। ਪਰ ਗੁਰੂ ਤੇ ਭਰੋਸਾ ਰੱਖਣ ਵਾਲੇ ਭਾਈ ਤਾਰੂ ਸਿੰਘ ਨੇ ਕਿਹਾ ਸੀ, ਯਾਦ ਰੱਖੀ ਨਵਾਬ, ਤੂੰ ਕੀ ਕੇਸਾਂ ਨੂੰ ਖੇੜਨਾ ਹੈ, ਪਰ ਯਾਦ ਰੱਖੀ ਖਾਲਸਾ ਤੈਨੂੰ ਆਪਣੀ ਜੁੱਤੀ ਅੱਗੇ ਲਗਾ ਕੇ ਖੜੇਗਾ। ਔਰ ਖੜਿਆ ਵੀ ਸੀ। ਇਤਿਹਾਸ ਤੋਂ ਤੁਸੀਂ ਵਾਕਿਫ ਹੋ। ਅੱਜ ਸਾਡੇ ਅੰਦਰੋਂ ਇਹ ਕੌਨਫੀਡੈਂਸ ਖਤਮ ਕਿਉਂ ਹੁੰਦਾ ਜਾ ਰਿਹਾ ਹੈ? ਕਿਉਂਕਿ ਅਸੀਂ ਗੁਰੂ ਦੀ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ, ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਜਿੰਨੀ ਦੇਰ ਤੱਕ ਸਾਡਾ ਸਤਿਗੁਰੂ ਤੇ
ਯਕੀਨ ਨਹੀਂ ਬਣੇਗਾ, ਭਰੋਸਾ ਨਹੀਂ ਬਣੇਗਾ, ਅਸੀਂ ਆਪਣੇ ਜੀਵਨ ਮਕਸਦ ਵਿੱਚ ਆਨੰਦ ਨਹੀਂ ਲੈ ਸਕਾਂਗੇ। ਸਾਡੇ ਮਨ 'ਚ ਪ੍ਰੀਤ ਵੀ ਹੋਣੀ ਚਾਹੀਦੀ ਹੈ ਔਰ ਪ੍ਰਤੀਤ ਵੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਜ਼ਰੂਰੀ ਹੈ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਪ੍ਰੀਤ ਕਰੀਏ, ਗੁਰੂ ਦੀ ਬਾਣੀ ਨਾਲ ਪ੍ਰੀਤ ਕਰੀਏ, ਪਿਆਰ ਕਰੀਏ। ਕਿੰਨੀ ਕੁ ਤਵੱਜੋ ਨਾਲ ਅਸੀਂ ਬਾਣੀ ਪੜ੍ਹਦੇ ਹਾਂ, ਕਿੰਨੀ ਕੁ ਤਵੱਜੋ ਨਾਲ ਅਸੀਂ ਬਾਣੀ ਸੁਣਦੇ ਤੇ ਵਿਚਾਰਦੇ ਹਾਂ। ਸਾਡੇ ਮਨ ਦੇ ਅੰਦਰ ਇੱਕ ਖਿੱਚ ਪੈਦਾ ਹੋ ਜਾਵੇ, ਅੱਜ ਮੈਂ ਗੁਰੂ ਦੀ ਬਾਣੀ ਨਹੀਂ ਪੜ੍ਹੀ, ਅੱਜ ਮੈਂ ਗੁਰੂ ਦੀ ਬਾਣੀ ਨਹੀਂ ਸੁਣੀ, ਅੱਜ ਮੇਰਾ ਕੁਝ ਖਾਣ ਨੂੰ ਜੀ ਨਹੀਂ ਕਰ ਰਿਹਾ। ਗੁਰੂ ਦੀ ਬਾਣੀ ਨਾਲ ਮੁਹੱਬਤ ਹੋ ਜੇ, ਰੱਤੇ ਇਸ਼ਕ ਖੁਦਾਏ ਰੰਗ ਦੇ ਦਾਰ ਕੇ, ਕਿਤੇ ਸਾਡੀ ਮੁਹੱਬਤ ਇਸ ਤਰ੍ਹਾਂ ਦੀ ਬਣ ਜਾਵੇ ਔਰ ਫਿਰ ਸਾਨੂੰ ਆਪਣੇ ਗੁਰੂ ਤੇ ਯਕੀਨ ਐਸਾ ਬਣ ਜਾਵੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਇਸ ਵਾਸਤੇ ਗੁਰੂ ਨਾਲ ਪ੍ਰੀਤ ਵੀ ਹੋਣੀ ਚਾਹੀਦੀ ਹੈ ਔਰ ਗੁਰੂ ਤੇ ਪ੍ਰਤੀਤ ਵੀ ਹੋਣੀ ਚਾਹੀਦੀ ਹੈ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਗੁਰਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਵਿਚਾਰ ਮੰਗਦਾ ਹੈ। ਸਮੇਂ ਵਿੱਚ ਰਹਿੰਦਿਆਂ ਬੇਨਤੀ ਕਰਾਂ, ਕਪਟ ਕੀ ਹੁੰਦਾ ਹੈ? ਜੋ ਅਸੀਂ ਹੋਈਏ ਨਾ ਪਰ ਹੋਣ ਦਾ ਵਿਖਾਵਾ ਕਰਦੇ ਹਾਂ, ਇਹਨੂੰ ਕਪਟ ਕਿਹਾ ਜਾਂਦਾ ਹੈ, ਪਰਪੰਚ ਕਿਹਾ ਜਾਂਦਾ ਹੈ। ਇਹਦੇ ਦੋ ਕਾਰਨ ਹੁੰਦੇ ਹੈ। ਇੱਕ ਬੰਦਾ ਛਲ ਕਪਟ ਕਰਦਾ ਹੈ ਆਪਣੇ ਪਰਿਵਾਰ ਦੀ ਖਾਤਰ, ਜਿਵੇਂ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੇ ਆਣ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਤੇ ਦੂਸਰਾ, ਆਪਣੇ ਹੰਕਾਰ ਦੇ ਕਾਰਨ ਕਰਕੇ ਕਿ ਮੇਰੇ ਵਿੱਚ ਔਗਣ ਬੜੇ ਨੇ, ਮੇਰਾ ਨਾਮ ਹੀ ਬੜਾ ਬਣਿਆ ਹੋਇਆ ਹੈ, ਉਹ ਫਿਰ ਛਲ ਫਰੇਬ ਕਰਦਾ ਹੈ ਕਿ ਕਿਤੇ ਮੇਰਾ ਪਾਜ ਨਾ ਉਗੜ ਜਾਵੇ। ਇਸ ਤਰ੍ਹਾਂ ਬੰਦਾ ਕਪਟ ਦੇ ਵਿੱਚ ਲੱਗਿਆ ਹੋਇਆ, ਛਲ ਕਪਟ ਦੇ ਅਧੀਨ, ਅੰਦਰ ਕਪਟ ਸਭ ਕਪਟੋ ਕਰ ਜਾਣੇ। ਉਹਦੇ ਮਨ ਦੇ ਅੰਦਰ ਛਲ ਫਰੇਬ ਹੁੰਦਾ ਹੈ ਕਿ ਮੈਂ ਲੋਕਾਂ ਨਾਲ ਵਿਸ਼ਵਾਸਘਾਤ ਕਰਦਾ ਹਾਂ। ਉਹ ਦੂਸਰਿਆਂ ਦੇ ਉੱਪਰ ਵੀ ਸ਼ੱਕ ਕਰਦਾ ਹੈ ਕਿ ਵੀ ਬੰਦੇ ਵਿਸ਼ਵਾਸਘਾਤੀ ਹੋਣਗੇ, ਇਹ ਵੀ ਮੇਰੇ ਵਰਗੇ ਕਪਟੀ ਹੋਣਗੇ। ਉਹਦੀ ਮਾਨਸਿਕਤਾ ਐਸੀ ਬਣ ਜਾਂਦੀ ਹੈ। ਅੰਦਰ ਕਪਟ ਸਭ ਕਪਟੋ ਕਰ ਜਾਣੇ, ਕਪਟੇ ਖਪੇ ਖਪਾਈ। ਆਪ ਵੀ ਉਹ ਕਪਟ ਦੇ ਵਿੱਚ ਹੀ ਖਪਦਾ ਰਹਿੰਦਾ ਹੈ, ਖਿੱਚਦਾ ਰਹਿੰਦਾ ਹੈ ਔਰ ਦੂਸਰਿਆਂ ਨੂੰ ਵੀ ਇਹ ਛਲ ਕਪਟ ਦਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਖਿਜਾਉਂਦਾ ਰਹਿੰਦਾ ਹੈ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣਾ ਸੁਆਏ ਫਿਰਾਹੀ। ਉਹਨੂੰ ਕੇਵਲ ਆਪਣੇ ਸਵਾਰਥ ਦੀ, ਆਪਣੀ ਗਰਜ ਦੀ ਅਹਿਮੀਅਤ ਬਾਰੇ ਹੁੰਦਾ ਹੈ ਕਿ ਮੇਰਾ ਸਵਾਰਥ ਪੂਰਾ ਹੋ ਜੇ, ਇਹ ਮੇਰੀ ਗਰਜ ਪੂਰੀ ਹੋ ਜੇ। ਉਹ ਸਤਿਗੁਰੂ ਦੇ ਹੁਕਮ ਨੂੰ ਤਲਾਂਜਲੀ ਦੇ ਦਿੰਦਾ ਹੈ। ਗੁਰਮੁਖੋ, ਜਦੋਂ ਅਸੀਂ ਪ੍ਰਾਤਨ ਗੁਰਸਿੱਖਾਂ ਦੀ ਰਵਾਇਤ ਬਾਰੇ ਪੜ੍ਹਦੇ ਸੁਣਦੇ ਆ ਨਾ, ਤਾਂ ਜਦੋਂ ਵੀ ਕਦੇ ਕੁਝ ਸ਼ੁਭ ਕਾਰਜ ਕਰਨਾ ਹੁੰਦਾ ਸੀ ਤਾਂ ਕਹਿਣਾ, ਆਓ ਪਹਿਲਾਂ ਗੁਰੂ ਘਰ ਚੱਲਦੇ ਹਾਂ, ਗੁਰੂ ਸਾਹਿਬ ਜੀ ਦਾ ਫਰਮਾਨ ਲੈਂਦੇ, ਹੁਕਮ ਲੈਂਦੇ। ਕਿੱਡੀ ਮਨ ਦੀ ਭਾਵਨਾ ਹੋਵੇਗੀ। ਭਾਵੇਂ ਅਸੀਂ ਕਹਿ ਲਈਏ ਕਿ ਅੱਜ ਤੋਂ 50 ਸਾਲ ਪਹਿਲਾਂ ਦੀ ਅਸੀਂ ਗੱਲ ਕਰ ਲਈਏ, ਭਾਵੇਂ ਬਹੁਤੇ ਸਾਰੇ ਲੋਕ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਬਹੁਤੇ ਪੜ੍ਹੇ ਲਿਖੇ ਨਹੀਂ ਸੀ, ਪਰੰਤੂ ਉਹਨਾਂ ਦੇ ਮਨ ਦੇ ਅੰਦਰ ਇੱਕ ਭਾਵਨਾ ਐਸੀ ਸੀ ਕਿ ਜੋ ਗੁਰੂ ਦੇ ਬੋਲ ਨੇ, ਜੋ ਗੁਰੂ ਦਾ ਪਿਆਰ ਹੈ, ਭਾਈ ਇਹ ਸਾਡੇ ਮਕਸਦ ਨੂੰ ਪੂਰਿਆਂ ਕਰ ਦੇਵੇਗਾ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਪਰ ਅਸੀਂ ਇਹ ਪੰਕਤੀਆਂ ਕੇਵਲ ਜਦੋਂ ਸਾਡੇ ਧੀ ਪੁੱਤ ਦਾ ਸਾਰਥ ਹੋਵੇ ਨਾ, ਉਦੋਂ ਹੀ ਪੜ੍ਹਨ ਤੱਕ ਰਹਿ ਗਏ। ਸਾਡਾ ਯਕੀਨ ਭਰੋਸਾ ਐਸਾ ਬਣ ਜਾਵੇ, ਸਤਿਗੁਰ ਕਾ ਭਾਣਾ ਚਿਤਣਾ ਆਵੇ। ਗੁਰੂ ਦੀ ਰਜ਼ਾ ਉਹਦੇ ਚੇਤੇ 'ਚ ਆਉਂਦੀ ਨਹੀਂ, ਬੜਾ ਕੁਛ ਚੇਤੇ ਵਿੱਚ ਹੈ, ਪਰ ਗੁਰੂ ਨੇ ਕੀ ਕਿਹਾ ਚੇਤੇ 'ਚ ਨਹੀਂ। ਅਸੀਂ ਕਹਿੰਦੇ ਫਲਾਣੇ ਭਾਈ ਸਾਹਿਬ ਕਥਾ ਕਰਦੇ ਸੀ, ਕਮਾਲ ਦੀ ਗੱਲ ਸੀ ਜੀ, ਬੜੇ ਹੀ ਪ੍ਰਮਾਣ ਦਿੱਤੇ, ਆਨੰਦ ਹੀ ਆ ਗਿਆ। ਭਾਈ ਸਾਹਿਬ ਕੀਰਤਨ ਕਰਦੇ ਸੀ, ਕਿਆ ਬਾਤ ਸੀ। ਤੇ ਜੇ ਕੋਈ ਸਾਨੂੰ ਪੁੱਛ ਲੇ ਕਿਹੜਾ ਸ਼ਬਦ ਪੜ੍ਹ ਰਹੇ ਸੀ, ਉਹ ਤੇ ਮੈਨੂੰ ਯਾਦ ਨਹੀਂ। ਅੱਛਾ, ਤੁਸੀਂ ਕਥਾ ਸੁਣੀ, ਬੜਾ ਆਨੰਦ ਆਇਆ, ਭਾਈ ਸਾਹਿਬ ਦੀ ਕਿਹੜੀ ਗੱਲ ਤੁਹਾਨੂੰ ਚੇਤੇ ਹੈ? ਉਹ ਤੇ ਖਿਆਲ ਜਿਹਾ ਹੀ ਨਹੀਂ ਜੀ, ਮਾਣੀ ਕਿਤੇ ਹੋਰ ਪਾਸੇ ਚਲੇ ਗਿਆ ਸੀ, ਸਾਡੇ ਚੇਤੇ ਵਿੱਚ ਨਹੀਂ। ਇੱਕ ਜਣੇ ਦੀ ਗੱਲ ਨਹੀਂ, ਤੁਹਾਡੀ ਮੇਰੀ, ਆਪਾਂ ਸਾਰਿਆਂ ਦੀ ਹਾਲਤ ਇੱਕੋ ਜਿਹੀ ਹੈ। ਸਾਨੂੰ ਬੜਾ ਕੁਛ ਚੇਤੇ ਹੈ, ਪਰ ਆਪਣੇ ਗੁਰੂ ਦਾ ਉਪਦੇਸ਼, ਆਪਣੇ ਗੁਰੂ ਦਾ ਸਿਧਾਂਤ ਜਿਹੜਾ ਹੈ, ਉਹ ਸਾਡੇ ਚੇਤੇ 'ਚੋਂ ਵਿਸਰਿਆ ਹੋਇਆ ਹੈ। ਸਤਿਗੁਰ ਕਾ ਭਾਣਾ ਚਿਤਣਾ ਆਵੇ, ਆਪਣੇ ਸੁਆਏ ਫਿਰਾਈ। ਉਹ ਆਪਣੇ ਸਵਾਰਥਾਂ ਦੇ ਕਾਰਨ ਕਰਕੇ ਇੱਧਰ ਉੱਧਰ ਫਿਰਦਾ ਹੈ, ਭਟਕਦਾ ਫਿਰਦਾ ਹੈ। ਇੱਕ ਥਾਂ ਤੋਂ ਗਿਆ ਗੁਰਦੁਆਰੇ ਤੋਂ ਮੰਦਰ, ਮੰਦਰ ਤੋਂ ਮਸਜਿਦ, ਮਸਜਿਦ ਤੋਂ ਚਰਚ, ਚਰਚ ਤੋਂ ਬਾਅਦ ਕਿਸੇ ਮੜੀ ਕਬਰ ਦੇ ਉੱਪਰ ਜਾਂ ਕਿਸੇ ਫੂਕਾਂ ਮਾਰਨ ਵਾਲੇ ਬਾਬੇ ਦੇ ਕੋਲ। ਤੇ ਜੇ ਕਿਤੇ ਗੁਰੂ ਦੇ ਸ਼ਬਦ ਦੇ ਉੱਪਰ ਯਕੀਨ ਕੀਤਾ ਹੁੰਦਾ, ਭਰੋਸਾ ਕੀਤਾ ਹੁੰਦਾ, ਗੁਰੂ ਦੇ ਬਚਨ ਚੇਤੇ ਵਿੱਚ ਹੁੰਦੇ ਕਿ ਦੁਬਿਧਾ ਨਾ ਪੜੂੰ, ਹਰ ਬਿਨ ਹੋਰ ਨਾ ਪੂਜੂ, ਮੜੇ ਮਸਾਨ ਨਾ ਜਾਈ, ਤੇ ਜ਼ਰੂਰਤ ਹੀ ਨਹੀਂ ਸੀ ਪੈਣੀ। ਕਾਰਨ ਕੀ? ਅਗਿਆਨਤਾ ਦਾ। ਅਗਿਆਨਤਾ ਦਾ ਹੀ ਕਾਰਨ ਹੈ
ਕਿ ਜਦੋਂ ਕੋਈ ਵਿਅਕਤੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਗੋਡੇ ਘਟਾਵੇ, ਉਹ ਜੇ ਉਹਨਾਂ ਦੇ ਗੋਡੇ ਘੁੱਟਣ ਵਾਲੇ ਅਸੀਂ ਲੋਕ ਹੁੰਦੇ ਹਾਂ। ਜਿਹੜਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੋਡੇ ਘਟਾਉਂਦਾ ਹੈ, ਸਮਝ ਲਓ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਬੈਠਾ ਹੈ। ਅਸੀਂ ਥੋੜਾ ਜਿਹਾ ਸਮਝ ਤੋਂ ਕੰਮ ਲਿਆ ਕਰੀਏ। ਉਹਦਾ ਕਾਰਨ ਇਹੀ ਹੈ ਕਿ ਮੈਂ ਬਹੁਤ ਵੱਡਾ ਹੋ ਗਿਆ ਅਗਿਆਨਤਾ ਦੇ ਕਾਰਨ। ਜਦੋਂ ਕਿ ਸਾਰੀ ਗੁਰਬਾਣੀ ਦੇ ਦਰਸ਼ਨ ਕਰੀਏ, 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਹਰ ਇੱਕ ਮਹਾਂਪੁਰਖ ਦੀ ਰਸਨਾ ਤੋਂ ਨਿਕਲਿਆ ਹੋਇਆ ਇੱਕ ਇੱਕ ਬੋਲ ਸਾਨੂੰ ਇੱਕ ਓੰਕਾਰ ਨਾਲ ਜੋੜਦਾ ਹੈ, ਆਪਣੇ ਨਾਲ ਨਹੀਂ। ਪਰ ਅੱਜ ਦੀ ਸਾਡੀ ਮਾਨਸਿਕਤਾ ਕੀ ਅਗਿਆਨਤਾ ਦੇ ਕਾਰਨ ਕਰਕੇ ਕਿ ਮੈਂ ਵੱਧ ਤੋਂ ਵੱਧ ਸੰਗਤ ਨੂੰ, ਵੱਧ ਤੋਂ ਵੱਧ ਭੋਲੇ ਭਾਲੇ ਲੋਕਾਂ ਨੂੰ ਆਪਣੇ ਗਿੱਟਿਆਂ ਗੋਡਿਆਂ ਨਾਲ ਜੋੜਨਾ ਹੈ। ਨਹੀਂ ਗੁਰਮੁਖੋ, ਇਹ ਗੱਲ ਸ਼ੋਭਦੀ ਨਹੀਂ। ਅਸੀਂ ਆਪ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੀਏ ਔਰ ਦੂਜਿਆਂ ਨੂੰ ਵੀ ਜੁੜਨ ਦੀ ਪ੍ਰੇਰਨਾ ਦਈਏ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਹਾਂ, ਜੇ ਵਾਹਿਗੁਰੂ ਆਪ ਕਿਰਪਾ ਕਰੇ ਸਾਡੇ ਤੇ ਤੁਠੇ, ਅਸੀਂ ਸ਼ਬਦ ਦੀ ਕਮਾਈ ਕਰ ਸਕਦੇ ਹਾਂ। ਜੇ ਮੰਨ ਲਓ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਦੇ, ਅਸੀਂ ਕਹਿੰਦੇ ਸ਼ਬਦ ਦਾ ਅਭਿਆਸ ਕਰਨਾ, ਬਾਰ-ਬਾਰ ਸ਼ਬਦ ਨੂੰ ਪੜ੍ਹੀ ਜਾਣਾ ਸ਼ਬਦ ਦਾ ਅਭਿਆਸ ਨਹੀਂ ਹੈ। ਬਾਣੀ ਬਾਰ-ਬਾਰ ਪੜ੍ਹਨੀ ਚਾਹੀਦੀ ਹੈ ਇਸ ਵਾਸਤੇ ਤਾਂ ਕਿ ਗੁਰੂ ਦਾ ਸ਼ਬਦ ਸਾਡੀ ਸਮਝ 'ਚ ਪੈ ਜੇ। ਪਰ ਗੁਰਬਾਣੀ ਦਾ ਅਭਿਆਸ ਇਹ ਹੈ ਕਿ ਜੋ ਗੁਰੂ ਨੇ ਸ਼ਬਦ ਰਾਹੀਂ ਸਾਨੂੰ ਸਮਝ ਦਿੱਤੀ ਹੈ, ਅਕਲ ਦਿੱਤੀ ਹੈ, ਉਹਦੇ ਮੁਤਾਬਕ ਅਸੀਂ ਜੀਵਨ ਜਿਉਣਾ ਸ਼ੁਰੂ ਕਰ ਲਈਏ। ਜੇ ਸਾਨੂੰ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੋਈ ਤੇ ਆਪਣੇ ਮਾਲਕ ਦੇ ਹਜ਼ੂਰ ਬੇਨਤੀ ਕਰ ਲੈਣੀ ਚਾਹੀਦੀ ਹੈ, ਤਰਸ ਕਰ ਲੈਣਾ ਸਤਿਗੁਰੂ ਜੀ ਸਾਨੂੰ ਵੀ ਨਾਮ ਬਾਣੀ ਦੀ ਦਾਤ ਬਖਸ਼ੋ, ਅਸੀਂ ਵੀ ਗੁਰੂ ਦੇ ਸ਼ਬਦ ਨੂੰ ਜੀਵਨ 'ਚ ਕਮਾ ਸਕੀਏ। ਮਹੱਲਾ ਚੌਥਾ। ਦੂਸਰੇ ਸ਼ਲੋਕ ਦੇ ਰਾਹੀਂ ਫਿਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਮਝਾਉਂਦੇ ਹਨ, ਮਨ ਮੁਖ ਮਾਇਆ ਮੋਹ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੇ। ਜੋ ਮਨ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਹੈ, ਉਹਨੂੰ ਹਰ ਵੇਲੇ ਮਾਇਆ ਦਾ ਮੋਹ ਜਿਹੜਾ ਉਹ ਵਿਆਪਦਾ ਰਹਿੰਦਾ ਹੈ ਕਿ ਜੋ ਕੁਝ ਬਾਹਰ ਹੈ ਉਹ ਸਭ ਕੁਝ ਮੇਰੇ ਘਰ ਵਿੱਚ ਆ ਜਾਵੇ, ਜੋ ਕੁਝ ਮੇਰੇ ਕੋਲ ਹੈ ਸ਼ਾਇਦ ਮੇਰੇ ਕੋਲ ਹੀ ਰਹਿਣਾ ਹੈ, ਮੈਂ ਹੀ ਟਿਕੇ ਰਹਿਣਾ ਹੈ। ਇਸ ਤਰ੍ਹਾਂ ਹਰ ਵੇਲੇ ਇਹ ਮਾਇਆਵੀ ਪਦਾਰਥਾਂ ਦਾ ਮੋਹ ਜਿਹੜਾ ਹੈ ਉਹਦੇ ਮਨ ਦੇ ਅੰਦਰ ਵਿਆਪਦਾ ਰਹਿੰਦਾ ਹੈ ਤੇ ਦੂਜੇ ਭਾਵ ਵਿੱਚ ਲੱਗ ਕੇ ਰੱਬੀ ਮੁਹੱਬਤ ਨੂੰ ਛੱਡ ਕੇ ਇਹ ਸਾਡਾ ਕੋਝਾ ਮਨ ਜਿਹੜਾ ਹੈ ਉਹ ਕਦੇ ਵੀ ਟਿਕ ਕੇ ਨਹੀਂ ਬੈਠਦਾ। ਆਨ ਦਿਨ ਜਲਤ ਰਹਿ ਦਿਨ ਰਾਤੀ, ਹੋ ਮੈਂ ਖਪੈ ਖਪਾਹੇ। ਇਸ ਅਵਸਥਾ ਦੇ ਅੰਦਰ ਜਿਹੜਾ ਮਨਮੁਖ ਹੈ ਅਨ ਦਿਨ ਹਰ ਰੋਜ਼ ਜਲਤ ਰਹੇ, ਦਿਨ ਰਾਤੀ ਉਹ ਅੰਦਰੋਂ ਅੰਦਰੀ ਜਿਹੜਾ ਉਹ ਸੜਦਾ ਭੁੱਜਦਾ ਰਹਿੰਦਾ ਹੈ, ਦੁਖੀ ਜਿਹਾ ਰਹਿੰਦਾ ਹੈ। ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਅੰਦਰ ਦੀ ਖੁਸ਼ੀ ਬਖਸ਼ੇ। ਅਸੀਂ ਅੰਦਰੋਂ ਖਿੰਡੇ ਹੋਏ ਹਾਂ, ਸਾਡਾ ਬਾਹਰਲਾ ਹਾਸਾ, ਬਾਹਰਲੀ ਮੁਸਕਰਾਹਟ ਕੇਵਲ ਵਿਖਾਵੇ ਵਾਸਤੇ ਹੈ। ਅੰਦਰੋਂ ਅਸੀਂ ਖਿੰਡੇ ਹੋਏ ਹਾਂ ਔਰ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਅੰਦਰ ਵਿਗਾਸ ਪੈਦਾ ਹੋਵੇਗਾ। ਜਦੋਂ ਅਸੀਂ ਗੁਰੂ ਤੋਂ ਦੂਰ ਹੋ ਜਾਵਾਂਗੇ ਉਦੋਂ ਕੀ ਹੁੰਦਾ ਹੈ, ਅਨ ਦਿਨ ਜਲਤ ਰਹੇ ਦਿਨ ਰਾਤੀ ਹਉਮੈ ਖਪੇ ਖਪਾਹੇ। ਉਹ ਹਉਮੈ ਦੇ ਅੰਦਰ ਮੈਂ ਦੇ ਵਿੱਚ ਹੀ ਖਪਦਾ ਰਹਿੰਦਾ ਹੈ, ਆਪਣੇ ਹੰਕਾਰ ਵਿੱਚ ਸਗੋਂ ਦੂਜਿਆਂ ਨੂੰ ਵੀ ਦੁਖੀ ਕਰਦਾ ਰਹਿੰਦਾ ਹੈ। ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨ ਕੋਈ ਜਾਹੇ। ਜਦੋਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤੇ ਬੰਦਾ ਭਾਈ ਮਾਇਆਵੀ ਪਦਾਰਥਾਂ ਨਾਲ ਜੁੜਿਆ ਹੈ, ਸਵਾਰਥਾਂ ਨਾਲ ਜੁੜਿਆ ਹੈ ਤੇ ਲਾਲਚੀ ਬੜਾ ਹੈ, ਉਹ ਤੋਂ ਫਿਰ ਸਾਰੇ ਕਿਨਾਰਾ ਕਰਨ ਲੱਗ ਪੈਂਦੇ ਨੇ। ਅੰਤਰ ਲੋਭ ਮਹਾ ਗੁਬਾਰਾ, ਇਹ ਉਸਦੇ ਅੰਦਰ ਇੱਕ ਹਨੇਰਾ ਬਣਿਆ ਰਹਿੰਦਾ ਹੈ। ਹਨੇਰੇ ਦੇ ਸ਼ਿਕਾਰ ਹੋਏ ਨੇ, ਲੋਭ ਲਾਲਚ ਵਸ ਜਿੱਥੋਂ ਵੀ ਕੁਝ ਮਿਲਦਾ ਉਹਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਹੋਈ ਹੈ ਤੇ ਜਿਵੇਂ ਜਿਵੇਂ ਉਹਨੂੰ ਮਿਲਦਾ ਜਾਂਦਾ ਹੈ ਅੰਤਰ ਲੋਭ ਮਹਾ ਗੁਬਾਰਾ, ਤਿਨਕੇ ਨਿਕਟਣਾ ਕੋਈ ਜਾਹੇ। ਉਹ ਤੋਂ ਫਿਰ ਸਾਰਾ ਆਨਾਕਾਨੀ ਕਰਦੇ ਨੇ, ਇਹਦੇ ਕੋਲ ਜਾਣ ਦਾ ਕੀ ਫਾਇਦਾ, ਇਹਨੇ ਕੁਛ ਨਾ ਕੁਛ ਮੰਗਣਾ ਹੀ ਹੈ, ਇਹਨੇ ਕੁਝ ਨਾ ਕੁਝ ਸਾਡੇ ਤੋਂ ਲੈਣਾ ਹੀ ਹੈ। ਬੰਦਾ ਬੜਾ ਲਾਲਚੀ ਹੈ ਕਿਉਂਕਿ ਲੋਭੀ ਕਾ ਵਿਸਾਹੋ ਨਾ ਕੀਜੇ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਧੂਹੇ ਜਿੱਥੇ ਹੱਥ ਨਾ ਪਾਏ। ਮੇਰਾ ਗੁਰੂ ਸਮਝਾਉਂਦਾ ਹੈ ਕਿ ਜਿਉ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਇਸ ਵਾਸਤੇ ਭਾਈ ਮੈਂ ਇਸ ਲੋਭੀ ਬੰਦੇ ਕੋਲ ਨਹੀਂ ਜਾਣਾ। ਓਏ ਆਪ ਦੁਖੀ ਸੁਖ ਕਬਹੂ ਨਾ ਪਾਵੈ, ਜਨਮ ਮਰਹਿ ਮਰ ਜਾਹੇ। ਇਸ ਤਰ੍ਹਾਂ ਆਪ ਵੀ ਦੁਖੀ ਹੁੰਦਾ ਹੈ, ਲੋਭ ਦਾ ਸ਼ਿਕਾਰ ਹੋਇਆ, ਕਦੀ ਸੁਖ ਦੀ ਪ੍ਰਾਪਤੀ ਨਹੀਂ ਕਰਦਾ, ਉਹਨੂੰ ਆਤਮਿਕ ਸੁਖ ਨਹੀਂ ਮਿਲਦਾ, ਭਾਵੇਂ ਉਹਨੂੰ ਰਾਜ ਸਤਾ ਵੀ ਕਿਉਂ ਨਾ ਪ੍ਰਾਪਤ ਹੋ ਜੇ, ਭਾਵੇਂ ਉਹ ਕਿਸੇ ਸਟੇਟ ਦਾ ਮੁੱਖ ਮੰਤਰੀ ਬਣ ਜੇ, ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵੇ, ਉਹਦੀ ਭੁੱਖ ਜਿਹੜੀ ਉਹ ਖਤਮ ਨਹੀਂ ਹੁੰਦੀ ਔਰ ਆਤਮਿਕ ਸਕੂਨ ਦੀ ਪ੍ਰਾਪਤੀ ਨਹੀਂ ਹੁੰਦੀ। ਸਭ ਕੁਝ ਕੋਲ ਹੁੰਦਾ ਹੈ, ਰਾਜ ਭਾਗ ਹਕੂਮਤ ਸਤਾ ਸਭ ਕੁਛ, ਪਰ ਉਹਦੇ ਕੋਲ ਆਤਮਿਕ ਸੁਖ ਨਹੀਂ ਹੁੰਦਾ। ਉਹ ਆਪ ਦੁਖੀ
ਸੁਖ ਕਬਹੂ ਨਾ ਪਾਵਹਿ, ਜਨਮ ਮਰੇ ਮਰ ਜਾਹੇ। ਬਸ ਇਸੇ ਤਰ੍ਹਾਂ ਹੀ ਉਹ ਜਨਮ ਦਾ ਮਰਦਾ ਰਹਿੰਦਾ ਹੈ, ਆਤਮਿਕ ਤੌਰ ਤੇ ਇਹ ਜੀਵਨ ਨੂੰ ਜਿਉਂਦਾ ਰਹਿੰਦਾ ਹੈ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਪ੍ਰਭੂ ਪਿਆਰਾ ਬਖਸ਼ਿਸ਼ ਕਰਦਾ ਹੈ, ਜੋ ਸਦੀਮ ਕਾਲ ਰਹਿਣ ਵਾਲਾ ਹੈ, ਉਸ ਦੀ ਬਖਸ਼ਿਸ਼ ਦੇ ਨਾਲ ਹੀ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਸਕਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨ ਨੇ ਸ਼ਬਦ ਸਰੂਪ ਚਰਨ, ਤਦੋਂ ਸਾਡੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜ ਸਕਦੀ ਹੈ। ਪੌੜੀ ਅੱਗੇ ਪੌੜੀ ਛੰਦ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੰਤ ਭਗਤ ਪਰਵਾਨ, ਜੋ ਪ੍ਰਭ ਭਾਇਆ। ਭਾਈ ਉਹੀ ਜੋ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ, ਭਗਤ ਅਖਵਾਉਂਦਾ ਹੈ। ਪਹਿਲੀ ਤੇ ਗੱਲ ਅਖਵਾਉਣ ਦੀ ਲੋੜ ਨਹੀਂ ਪੈਂਦੀ, ਉਹ ਸ਼ਬਦੋਂ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਔਰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਹੁੰਦਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਅਸਲ ਵਿੱਚ ਉਹ ਸੰਤ ਪੁਰਖ, ਉਹ ਭਗਤ ਪੁਰਖ, ਉਹ ਗੁਰਮੁਖ, ਉਹ ਗੁਰਸਿੱਖ, ਉਹ ਮਹਾਂਪੁਰਖ ਅਖਵਾਉਣ ਵਾਲਾ ਤਾਂ ਹੀ ਪ੍ਰਵਾਨ ਚੜ੍ਹਦਾ ਹੈ, ਜੇ ਉਹਦੀ ਕੀਤੀ ਹੋਈ ਘਾਲ ਕਮਾਈ ਪ੍ਰਭੂ ਦੇ ਦਰ ਦੇ ਉੱਪਰ ਪ੍ਰਵਾਨ ਹੋ ਜਾਵੇ ਤਾਂ। ਸਈ ਵਿਚਖਣ ਜੰਤ, ਜਿਨੀ ਹਰ ਧਿਆਇਆ। ਵਿਚਖਣ ਕਹਿੰਦੇ ਨੇ ਸਿਆਣੇ ਨੂੰ। ਅਸਲ ਵਿੱਚ ਉਹੀ ਸਿਆਣੇ ਪੁਰਖ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਧਿਆਨ ਦੇ ਵਿੱਚ ਆਪਣੇ ਮਾਲਕ ਨੂੰ ਟਿਕਾਇਆ ਹੁੰਦਾ ਹੈ। ਉਹ ਇੱਧਰ ਉੱਧਰ ਉਹਨਾਂ ਦੀ ਸੁਰਤ ਨਹੀਂ ਭਟਕਦੇ। ਅੰਮ੍ਰਿਤ ਨਾਮ ਨਿਧਾਨ, ਭੋਜਨ ਖਾਇਆ। ਉਹਨਾਂ ਨੇ ਆਤਮਿਕ ਜੀਵਨ ਦੇਣ ਵਾਲੇ ਨਾਮ ਰੂਪੀ ਖਜ਼ਾਨੇ ਨੂੰ, ਜੋ ਸਾਡੀ ਆਤਮਿਕ ਖੁਰਾਕ ਹੈ, ਉਸ ਨੂੰ ਪ੍ਰਾਪਤ ਕਰ ਲਿਆ, ਉਸ ਨੂੰ ਛਕ ਲਿਆ। ਜਿਵੇਂ ਲੰਗਰ ਚੱਲੇ ਗੁਰ ਸ਼ਬਦ ਹਰ ਤੋਟਣ ਆਵੀ ਖੱਟੀਏ। ਆਪਾਂ ਗੁਰੂ ਘਰ ਦੇ ਵਿੱਚ ਜਾਂਦੇ, ਉੱਥੇ ਸਾਨੂੰ ਤਨ ਦੀ ਖੁਰਾਕ ਵੀ ਮਿਲਦੀ ਹੈ, ਸਵੱਛ ਭੋਜਨ ਮਿਲਦਾ ਹੈ, ਫ੍ਰੀ ਵਿੱਚ ਮਿਲਦਾ ਹੈ। ਔਰ ਜਿਵੇਂ ਸਾਨੂੰ ਤਨ ਦੀ ਸਵੱਛ ਤੇ ਨਰੋਈ ਖੁਰਾਕ ਮਿਲਦੀ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਾਨੂੰ ਮਾਨਸਿਕ ਖੁਰਾਕ ਵੀ ਮਿਲਦੀ ਹੈ, ਸ਼ਬਦ ਦੀ ਖੁਰਾਕ ਮਿਲਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ। ਸੰਤ ਜਨਾ ਕੀ ਧੂਰ, ਮਸਤਕ ਲਾਇਆ। ਫਿਰ ਉਹ ਜੋ ਸਾਧੂ ਪੁਰਖ ਹੁੰਦੇ ਨੇ, ਗੁਰਮੁਖ ਗੁਰਸਿੱਖ ਪਿਆਰੇ, ਉਹਨਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਂਦਾ ਹੈ, ਕਿਉਂਕਿ ਪੈਰੀ ਪਵਨ ਨਾ ਛੋਡੀਏ, ਕਲੀ ਕਾਲ ਰਹਿ ਰਾਸ ਕਰੇਈ। ਉਹ ਗੁਰਸਿੱਖਾਂ ਤੋਂ ਸਦਕੇ ਜਾਂਦਾ ਹੈ। ਜੇ ਮਿਲੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਉਹਦੀ ਅਵਸਥਾ ਐਸੀ ਬਣ ਜਾਂਦੀ ਹੈ, ਸੰਤ ਜਣਾ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ, ਹਰ ਤੀਰਥ ਨਹਾਇਆ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਐਸੇ ਗੁਰਮੁਖ ਪਿਆਰੇ ਜਿਹੜੇ ਨੇ ਭਾਈ, ਉਹ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦਾ ਹਿਰਦਾ ਸਵੱਛ ਹੋ ਜਾਂਦਾ ਨੇ, ਜਿਹੜੇ ਅੰਤਰ ਆਤਮੇ ਤੀਰਥ ਵਿੱਚ ਇਸ਼ਨਾਨ ਕਰਦੇ ਨੇ। ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਜਾਂ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਕਿਉਂਕਿ ਦੁਨਿਆਵੀ ਤੀਰਥਾਂ ਦਾ ਪਾਣੀ ਕੇਵਲ ਸਾਡੇ ਤਨ ਦੀ ਮੈਲ ਹੀ ਲਾ ਸਕਦਾ ਹੈ, ਮਨ ਦੀ ਮੈਲ ਨਹੀਂ ਲਾ ਸਕਦਾ। ਮਨ ਦੀ ਮੈਲ ਗੁਰੂ ਦੀ ਬਾਣੀ ਨਾਲ ਹੀ ਲੈ ਸਕਦੀ ਹੈ। ਮੈਂ ਦੁਬਾਰਾ ਰਿਪੀਟ ਕਰਨ ਦੀ ਗੁਸਤਾਖੀ ਚਾਹਾਂਗਾ, ਤਨ ਦੀ ਮੈਲ ਪਾਣੀ ਨਾਲ ਔਰ ਮਨ ਦੀ ਮੈਲ ਗੁਰਬਾਣੀ ਨਾਲ ਹੀ ਉਤਰਦੀ ਹੈ। ਰਾਜਨ ਰਾਮ ਰਵੈ ਹਿਤਕਾਰ। ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋ ਦੀਵਾਨ ਹਾਲ ਮੰਜੀ ਸਾਹਿਬ ਜੀ ਤੋਂ ਸੰਗਤਾਂ ਦੀ ਮੰਗ ਦੇ ਉੱਪਰ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਥਾ ਵਿਚਾਰ ਦੀ ਆਰੰਭਤਾ ਹੋਈ ਸੀ। ਅੱਜ ਅਸੀਂ ਓੰਕਾਰ ਬਾਣੀ, ਜੋ ਰਾਮਕਲੀ ਦੱਖਣੀ ਦੇ ਵਿੱਚ ਉਚਾਰਨ ਕੀਤੀ ਹੋਈ ਬਾਣੀ ਹੈ ਗੁਰੂ ਨਾਨਕ ਸਾਹਿਬ ਜੀ ਦੀ, ਉਸ ਦੇ ਵਿੱਚੋਂ 9ਵੀਂ ਪੌੜੀ ਦਾ ਪਾਠ ਜਿਹੜਾ ਆਪਾਂ 10ਵੀਂ ਪੌੜੀ ਦਾ ਪਾਠ ਜਿਹੜਾ ਹੈ ਉਹ ਸਾਂਝਾ ਕਰਨਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 931 ਦੇ ਉੱਪਰ 931 ਦੇ ਉੱਪਰ ਸ਼ੋਭਨੀਕ ਹੈ। ਕਹਿੰਦੇ ਰਾਜਨ ਰਾਮ ਰਵੇ ਹਿਤਕਾਰ। ਰਾਜਨ ਕਹਿੰਦੇ ਨੇ ਪ੍ਰਕਾਸ਼ ਰੂਪ। ਭਾਈ ਜਿਹੜਾ ਪ੍ਰਕਾਸ਼ ਰੂਪ ਜੋ ਹਰ ਵੇਲੇ ਰਮਿਆ ਹੋਇਆ ਸਰਬ ਵਿਆਪਕ ਹੈ, ਜਿਹੜਾ ਵਿਅਕਤੀ ਜਿਹੜਾ ਗੁਰਮੁਖ ਪਿਆਰਾ ਉਸ ਦੇ ਨਾਲ ਪਿਆਰ ਕਰਦਾ ਹੈ, ਕਿਉਂਕਿ ਰੱਬ ਸਾਡੇ ਸਾਰਿਆਂ ਦਾ ਹਿਤਕਾਰੀ ਹੈ, ਉਹ ਸਾਡੇ ਸਾਰਿਆਂ ਨਾਲ ਪਿਆਰ ਕਰਦਾ ਹੈ। ਰਨ ਮੈਂ ਲੂਜੈ ਮਨੁਆ ਮਾਰ। ਉਹ ਸੰਸਾਰਿਕ ਜੀਵਨ ਜਿਉਂਦਿਆਂ ਹੋਇਆਂ ਆਤਮਿਕ ਆਨੰਦ ਲੈਣ ਵਾਸਤੇ ਜਿਹੜੇ ਵਕਾਰ ਰੂਪ ਦੁਸ਼ਮਣ ਨੇ, ਦੁਸ਼ਟ ਨੇ, ਉਹਨਾਂ ਦੇ ਨਾਲ ਲੁੱਝਦਾ ਰਹਿੰਦਾ ਹੈ, ਬਲਕਿ ਉਹਨਾਂ ਨਾਲ ਲੜਦਾ ਰਹਿੰਦਾ ਹੈ, ਉਹਨਾਂ ਨੂੰ ਖਤਮ ਕਰ ਦਿੰਦਾ ਹੈ। ਗੁਰਥਾਪੀ ਦਿੱਤੀ ਕੰਡ ਜੀਓ ਦੇ ਮੁਤਾਬਕ ਗੁਰੂ ਦੀ ਅਸੀਸ ਦੇ ਨਾਲ ਰਣ ਮੇ ਲੁੱਝੇ ਮਨੁਆ ਮਾਰ। ਆਪਣੇ ਮਨ ਨੂੰ ਸਵਾਰਥਾਂ ਵਾਲੇ ਪਾਸੇ ਤੋਂ, ਮਿਆਵੀ ਪਦਾਰਥਾਂ ਵਾਲੇ ਪਾਸੇ ਤੋਂ ਮਾਰ ਕੇ
ਇਹਨਾਂ ਵਿਕਾਰਾਂ ਦੇ ਨਾਲ ਲੜਦਾ ਲੜਦਾ ਜਿੱਤ ਪ੍ਰਾਪਤ ਕਰ ਲੈਂਦਾ ਹੈ। ਰਾਤ ਦਿਨ ਅੰਤਰ ਹੈ ਰੰਗ ਰਾਤਾ। ਉਹਦੀ ਅੰਦਰੂਨੀ ਅਵਸਥਾ ਐਸੀ ਬਣ ਜਾਂਦੀ ਹੈ ਕਿ ਰਾਤ ਦਿਨ ਹਰ ਵੇਲੇ ਉਹ ਪਰਮੇਸ਼ਰ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਤੀਨ ਭਵਨ ਜੁਗ ਚਾਰੇ ਜਾਤਾ। ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਦੁਆਰਾ ਉਸਨੇ ਤਿੰਨਾਂ ਭਵਨਾਂ ਦੇ ਵਿੱਚ ਤ੍ਰੈ ਲੋਕੀ ਵਿੱਚ ਵਸਦਾ ਹੋਇਆ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹਨੂੰ ਚਾਰੇ ਯੁੱਗਾਂ ਵਿੱਚ ਬਲਕਿ ਹਰ ਸਮੇਂ ਦੇ ਵਿੱਚ ਵਿਆਪਦਾ ਹੋਇਆ ਟਿਕਿਆ ਹੋਇਆ ਜਾਣ ਲਿਆ ਤੇ ਉਹਦੇ ਨਾਲ ਆਪਣੀ ਜਾਣ ਪਹਿਚਾਣ ਕਰ ਲਈ। ਉਹਦੇ ਮਿਲਾਪ ਔਰ ਪ੍ਰੇਮ ਦਾ ਪਾਤਰ ਬਣ ਗਿਆ। ਜਿਨ ਜਾਤਾ ਸੋ ਤਿਸ ਹੀ ਜੇਹਾ। ਜਿਨ੍ਹਾਂ ਗੁਰਮੁਖ ਰੂਹਾਂ ਨੇ ਗੁਰੂ ਦੇ ਰਾਹੀਂ ਮਾਲਕ ਵਾਹਿਗੁਰੂ ਦੇ ਨਾਲ ਸਾਂਝ ਬਣਾ ਲਈ, ਕਿਉਂਕਿ ਮਾਲਕ ਦੇ ਨਾਲ ਇੱਕ ਚੀਜ਼ ਹੁੰਦੀ ਹੈ, ਪਹਿਲਾਂ ਹੁੰਦਾ ਹੈ ਮਿਲਣਾ। ਅਸੀਂ ਕਿਸੇ ਦੇ ਰਾਹੀਂ ਕਿਸੇ ਨੂੰ ਮਿਲਦੇ ਹਾਂ, ਮਿਲਣ ਤੋਂ ਬਾਅਦ ਹੁੰਦਾ ਆਪਣੀ ਜਗ੍ਹਾ ਉਹਦੇ ਮਨ ਦੇ ਵਿੱਚ ਬਣਾਉਣੀ, ਪਿਆਰ ਬਣਾਉਣਾ। ਔਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਔਰ ਤਿਸ ਦੇ ਪਿਆਰ ਨੂੰ ਪ੍ਰਾਪਤ ਕਰ ਲਿਆ, ਕਹਿੰਦੇ ਨੇ ਜਿਨ ਜਾਤਾ ਸੋ ਤਿਸ ਹੀ ਜਿਹਾ, ਉਹ ਜਿਹਾ ਹੀ ਹੋ ਗਿਆ। ਆਤ ਨਿਰਮਾਇਲ ਸੀ ਜਸ ਦੇਹਾ। ਉਹਦਾ ਹਿਰਦਾ ਜਿਹੜਾ ਆਤ ਨਿਰਮਾਇਲ ਬਲਕਿ ਬਹੁਤ ਹੀ ਨਿਰਮਲ ਹੋ ਗਿਆ। ਆਤ ਨਿਰਮਾਇਲ ਉਸ ਦਾ ਹਿਰਦਾ ਬਹੁਤ ਹੀ ਸਵੱਛ ਹੋ ਗਿਆ, ਖਾਲਸ ਹੋ ਗਿਆ। ਉਹਦੇ ਅੰਦਰੋਂ ਮਿਲਾਵਟ, ਛਲ ਕਪਟ, ਮੇਰ ਤੇਰ, ਈਰਖਾ, ਦਵੈ, ਸਾੜਾ ਸਭ ਕੁਝ ਖਤਮ ਹੋ ਗਿਆ। ਇਹ ਮਲੀਨਤਾ ਖਤਮ ਹੋ ਗਈ। ਅਤ ਨਿਰਮਾਇਲ ਸੀ ਜਿਸ ਦੇਹਾ, ਤੇ ਉਹਦਾ ਇਹ ਲਿਆ ਹੋਇਆ ਮਨੁੱਖੀ ਜਨਮ, ਇਹ ਸਰੀਰ ਸਫਲਾ ਹੋ ਗਿਆ। ਰਹਸੀ RAM ਹਿਰਦੈ ਇੱਕ ਭਾਏ। ਜੋ ਰਹਸੀ ਮਤਲਬ ਰਹੱਸ, ਵਿਸਮਾਦੀ ਅਵਸਥਾ, ਜੋ ਰਮਿਆ ਹੋਇਆ ਵਾਹਿਗੁਰੂ ਅਕਾਲ ਪੁਰਖ ਹੈ। ਭਾਈ ਜੋ ਸਾਡੇ ਅੰਦਰ ਵਿਸਮਾਦ ਖੇੜਾ ਪੈਦਾ ਕਰਦਾ ਹੈ, ਉਹ ਇੱਕ ਭਾਈ ਨਿਰੰਤਰ ਉਹਦੇ ਨਾਲ ਜੁੜਿਆ ਰਹਿੰਦਾ ਹੈ। ਉਹਦੀ ਸੁਰਤ ਪਰਮੇਸ਼ਰ ਦੇ ਨਾਲ ਜੁੜੀ ਰਹਿੰਦੀ ਹੈ, ਅੰਦਰਲੇ ਖੜਾਓ ਨੂੰ ਮਾਣਦਾ ਰਹਿੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਆਪਾਂ ਸ਼ਬਦ ਦੀ ਵਿਚਾਰ ਸਾਂਝ ਕੀਤੀ ਹੈ, ਕੋਟਾਨਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਦੇ ਸਦਕਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਜਿਨ੍ਹਾਂ ਨੇ ਇਹ ਅਵਸਰ ਦਿੱਤਾ ਹੈ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰਨ ਦਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਅੰਮ੍ਰਿਤ ਬੋਲ ਨੇ, ਇਹਨਾਂ ਅੰਮ੍ਰਿਤ ਬਚਨਾਂ ਦੀ ਜੋ ਅੰਤਲੀਆਂ ਪੰਕਤੀਆਂ ਨੇ, ਉਹਨਾਂ ਦੀ ਆਪਾਂ ਪਾਠ ਕਰਕੇ ਸਮਾਪਤੀ ਕਰਦੇ ਹਾਂ। ਅੰਤਰ ਸ਼ਬਦ ਸਾਚ ਲਿਵ ਲਾਏ। ਕਹਿੰਦੇ ਨੇ ਕਿ ਅੰਤਰ ਸ਼ਬਦ ਸਾਚ ਲਿਵ ਲਾਏ, ਉਹਨਾਂ ਦੇ ਅੰਦਰ ਸਦਾ ਟਿਕੇ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਪਿਆਰ ਬਣਦਾ ਹੈ। ਅੰਤਰ ਸ਼ਬਦ ਸਾਚ ਲਿਵ ਲਾਏ, ਉਹਨਾਂ ਦੀ ਲਿਵ ਹਰ ਵੇਲੇ ਉਹ ਸੱਚੇ ਨਾਲ ਜੁੜੀ ਰਹਿੰਦੀ ਹੈ। ਆਓ ਇੱਕ ਵਾਰ ਅੰਤਲੀਆਂ ਪੰਕਤੀਆਂ ਦਾ ਪਾਠ ਜਿਹੜਾ ਹੈ ਉਹ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸਾਂਝਾ ਕਰਦੇ ਹਾਂ। ਜਿਨ ਜਾਤਾ ਸੋ ਤਿਸ ਹੀ ਜੇਹਾ। ਆਤ ਨਿਰਮਾਇਲ ਸੀ ਜਸ ਦੇਹਾ। ਰਹਸੀ RAM ਹਿਰਦੈ ਇੱਕ ਭਾਏ। ਅੰਤਰ ਸ਼ਬਦ ਸਾਚ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।